ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਾਸਟਰ 07 ਐਗਜ਼ਾਮ ਵਾਰੀਅਰ ਦੇ ਵਿੱਚ ਪੰਜਾਬੀ ਵਿਸ਼ੇ ਦੇ ਨਾਲ ਸੰਬੰਧਿਤ ਵੀਡੀਓਜ਼ ਅਸੀਂ ਅਪਲੋਡ ਕਰ ਰਹੇ ਹਾਂ ਜੀ। ਬਹੁਤ ਅੱਛਾ ਰਿਸਪੌਂਸ ਤੁਹਾਡੇ ਵੱਲੋਂ ਮਿਲ ਰਿਹਾ ਜੀ, ਉਹਦੇ ਲਈ ਸਾਰਿਆਂ ਦੇ ਸ਼ੁਕਰਗੁਜ਼ਾਰ ਹਾਂ। ਧੰਨਵਾਦ ਹੈ ਜੀ ਤੁਹਾਡਾ ਸਾਰਿਆਂ ਦਾ, ਜਿਸ ਹਿਸਾਬ ਦੇ ਨਾਲ ਤੁਸੀਂ ਸਾਡੀ ਵੀਡੀਓਜ਼ ਨੂੰ ਪਿਆਰ ਦਿੱਤਾ। ਵੀਡੀਓ ਨੂੰ ਇੱਕ ਰਿਕੁਐਸਟ ਹੈ ਜੀ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ। ਕਮੈਂਟ ਦੇ ਵਿੱਚ ਤੁਸੀਂ ਜੋ ਵੀ ਸਾਡੇ ਤੁਹਾਨੂੰ ਚੰਗਾ ਲੱਗਦਾ ਜਾਂ ਕੋਈ ਕਮੀ ਲੱਗਦੀ ਹੈ ਜ਼ਰੂਰ ਦੱਸ ਦਿਆ ਕਰੋ, ਤਾਂ ਕਿ ਅਸੀਂ ਅਗਲੀ ਵੀਡੀਓ ਦੇ ਵਿੱਚ ਉਹਨੂੰ ਸੋਧ ਕੇ ਆਪਾਂ ਬਣਾ ਸਕੀਏ। ਇਹ ਤੋਂ ਇਲਾਵਾ ਸਾਡਾ WhatsApp ਨੰਬਰ ਹੈ ਜੀ 8264436201। ਇਸ ਨੰਬਰ ਦੇ ਉੱਪਰ ਸੰਪਰਕ ਕਰਕੇ ਤੁਸੀਂ ਸਾਡੇ ਕੋਲੋਂ PDF ਲੈ ਸਕਦੇ ਹੋ ਜੀ। ਜਿੰਨੇ ਵੀ ਸਾਡੇ ਲੈਕਚਰ ਸੀਰੀਜ਼ ਔਰ ਕੁਐਸਚਨ ਸੀਰੀਜ਼ ਦੀਆਂ ਵੀਡੀਓਜ਼ ਅਸੀਂ ਅਪਲੋਡ ਕਰਦੇ ਹਾਂ, ਉਹਨਾਂ ਸਾਰਿਆਂ ਦੀ PDF ਫਾਈਲ ਜੇ ਤੁਸੀਂ ਚਾਹੋ ਤਾਂ ਲੈ ਸਕਦੇ ਹੋ ਜੀ ਸਾਡੇ ਨੰਬਰ ਦੇ ਉੱਪਰ 8264436201 ਨੰਬਰ ਦੇ ਉੱਪਰ। ਬਹੁਤ ਸਾਰੇ ਮੈਸੇਜ ਆ ਰਹੇ ਜੀ ਤੁਹਾਡੇ ਵੱਲੋਂ। ਰਿਕੁਐਸਟ ਇਹ ਹੈ ਜੀ ਕਿ ਪਹਿਲਾਂ ਆਪਣਾ ਨਾਮ ਔਰ ਜ਼ਿਲ੍ਹਾ ਜ਼ਰੂਰ ਦੱਸ ਦਿਆ ਕਰੋ। ਜਦੋਂ ਵੀ ਤੁਸੀਂ ਮੈਸੇਜ ਕਰੋ ਤਾਂ ਆਪਣਾ ਨਾਮ ਔਰ ਜ਼ਿਲ੍ਹਾ ਜ਼ਰੂਰ ਦੱਸ ਦਿਆ ਕਰੋ। ਇਹ ਤੋਂ ਇਲਾਵਾ ਤੁਹਾਡੀ ਰਿਕੁਐਸਟ ਸੀਗੀ ਕੁਐਸਚਨ ਸੀਰੀਜ਼ ਦੀ ਮੌਕ ਟੈਸਟ ਦੇ ਬਾਰੇ 'ਚ, ਉਹ ਅਸੀਂ ਸ਼ੁਰੂ ਕੀਤਾ ਹੋਇਆ ਜੀ। ਹਰ ਰੋਜ਼ ਡੇਲੀ 2 ਵਜੇ ਸਾਡੀ ਲਾਈਵ ਕਲਾਸ ਹੁੰਦੀ ਹੈ ਜੀ। ਉਹ ਲਾਈਵ ਕਲਾਸ ਨੂੰ ਵੀ ਤੁਸੀਂ ਅਟੈਂਡ ਕਰਨਾ ਨਾ ਭੁੱਲਣਾ। ਉਹਦੇ ਲਈ ਤੁਸੀਂ ਬੈਲ ਆਈਕਨ ਦਬਾ ਲਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਜਦੋਂ ਵੀ ਸਾਡੀ ਲਾਈਵ ਕਲਾਸ ਹੋਏਗੀ। ਜ਼ਿਆਦਾਤਰ ਬੱਚਿਆਂ ਦਾ WhatsApp ਦੇ ਉੱਪਰ ਆਇਆ ਸੀ, ਜਦੋਂ ਅਸੀਂ ਟਾਈਮਿੰਗ ਦੇ ਬਾਰੇ 'ਚ ਪਹਿਲਾਂ ਪੁੱਛਿਆ ਸੀਗਾ ਕਿ ਤੁਸੀਂ ਟਾਈਮ ਦਾ ਸਾਨੂੰ ਸੁਜੈਸਟ ਕਰੋ। ਜ਼ਿਆਦਾਤਰ ਜਿਹੜੇ ਸਟੂਡੈਂਟ ਸੀਗੇ ਉਹਨਾਂ ਨੇ ਕਿਹਾ ਕਿ ਸਰ ਦੁਪਹਿਰ ਨੂੰ ਲਗਭਗ 2 ਵਜੇ ਤੁਸੀਂ ਉਹ ਕਲਾਸ ਲਾਓ। ਫਿਰ ਤੁਹਾਡੇ ਸੁਜੈਸ਼ਨ ਦੇ ਆਧਾਰ 'ਤੇ ਅਸੀਂ ਉਹ 2 ਵਜੇ ਸਾਡੀ ਲਾਈਵ ਕਲਾਸ ਹੁੰਦੀ ਹੈ ਜੀ, ਤੁਸੀਂ ਜ਼ਰੂਰ ਜੁਆਇਨ ਕਰੋ। ਉਹਦੇ ਵਿੱਚ ਕੁਐਸਚਨ ਸੀਰੀਜ਼ ਹੁੰਦੀ ਹੈ ਸਾਡੀ, ਮੌਕ ਟੈਸਟ ਅਸੀਂ ਤਿਆਰ ਕਰਦੇ ਹਾਂ ਤੁਹਾਡੇ ਵਾਸਤੇ। ਤੁਸੀਂ ਇਹਨਾਂ ਜਿਹੜੇ ਟੈਸਟ ਹੈਗੇ ਉਹਨਾਂ ਦੀ PDF ਵੀ ਲੈ ਸਕਦੇ ਹੋ ਸਾਡੇ ਕੋਲੋਂ। ਸਾਡੇ ਨੰਬਰ ਦੇ ਉੱਪਰ ਸੰਪਰਕ ਕਰਕੇ ਸਾਨੂੰ 8264436201। ਸ਼ੁਰੂ ਕਰਦੇ ਹਾਂ ਜੀ। ਅੱਜ ਦੀ ਵੀਡੀਓ ਰਹੇਗੀ ਲੈਕਚਰ ਸੀਰੀਜ਼ ਦੀ। ਜਿਹੜੇ ਕਹਾਣੀਕਾਰ ਰਹਿਣਗੇ ਜੀ ਉਹ ਹੋਣਗੇ ਸਾਡੇ ਮੋਹਨ ਭੰਡਾਰੀ। ਜੇ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਜੀ ਤਾਂ ਸਬਸਕ੍ਰਾਈਬ ਕਰ ਲਓ, ਫਿਰ ਅਸੀਂ ਵੀਡੀਓ ਅੱਗੇ ਸ਼ੁਰੂ ਕਰੀਏ। ਉਹ ਤੋਂ ਪਹਿਲਾਂ ਤੁਸੀਂ ਸਬਸਕ੍ਰਾਈਬ ਕਰ ਲਓ, ਔਰ ਜੇ ਬੈਲ ਆਈਕਨ ਨਹੀਂ ਦਬਾਇਆ ਹੈ ਤਾਂ ਪਲੀਜ਼ ਜ਼ਰੂਰ ਬੈਲ ਆਈਕਨ ਨੂੰ ਦਬਾ ਲੈਣਾ ਤੁਸੀਂ। ਸ਼ੁਰੂ ਕਰਦੇ ਹਾਂ ਜੀ ਮੋਹਨ ਭੰਡਾਰੀ ਉਹਨਾਂ ਬਾਰੇ। ਮੋਹਨ ਭੰਡਾਰੀ ਜਿਹੜੇ ਪੰਜਾਬੀ ਸਾਹਿਤ ਦੇ ਵਿੱਚ ਇੱਕ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਹਾਣੀਕਾਰ ਹੈ ਜੀ। ਜਨਮ ਹੋਇਆ ਜੀ ਉਹਨਾਂ ਦਾ 14 ਫਰਵਰੀ 1937 ਨੂੰ। 14 ਫਰਵਰੀ 1937 ਨੂੰ ਮੋਹਨ ਭੰਡਾਰੀ ਦਾ ਜਨਮ ਹੋਇਆ ਜੀ, ਪਿੰਡ ਬਨਭੌਰਾ, ਜ਼ਿਲ੍ਹਾ ਸੰਗਰੂਰ ਦੇ ਵਿੱਚ। ਮੂਨ ਦੀ ਅੱਖ ਜਿਹੜਾ ਉਹਨਾਂ ਦਾ ਕਹਾਣੀ ਸੰਗ੍ਰਹਿ ਸੀਗਾ, ਉਹਦੇ ਲਈ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ ਉਹਨਾਂ ਨੂੰ। ਇਹ ਤੋਂ ਬਿਨਾਂ ਉਹਨਾਂ ਨੂੰ ਬਹੁਤ ਸਾਰੇ ਇਨਾਮ ਜਿਹੜੇ ਮਿਲ ਚੁੱਕੇ ਆ, ਪਰ ਇਨਾਮ ਦੇ ਬਾਰੇ, ਜਿਹੜੇ ਪੁਰਸਕਾਰ ਦੇ ਬਾਰੇ ਮੋਹਨ ਭੰਡਾਰੀ ਦਾ ਵਿਚਾਰ ਸੀਗਾ ਕਿ ਲੇਖਕ ਨੂੰ ਮਸ਼ਹੂਰ ਤਾਂ ਕਰ ਸਕਦੇ ਇਨਾਮ, ਪਰ ਇਨਾਮ ਕਿਸੇ ਨੂੰ ਲੇਖਕ ਨਹੀਂ ਬਣਾ ਸਕਦੇ। ਅੱਗੇ ਅਸੀਂ ਗੱਲ ਕਰਾਂਗੇ ਵੀਡੀਓ ਦੇ ਵਿੱਚ। ਉਹਨਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਅੰਗਰੇਜ਼ੀ ਦੇ ਔਰ ਹਿੰਦੀ ਦੇ ਵਿੱਚ ਅਨੁਵਾਦ ਹੋ ਚੁੱਕੀਆਂ ਜੀ। ਕੁਝ ਰਚਨਾਵਾਂ ਦੀ ਗੱਲ ਕਰ ਲਈਏ ਜਿਹੜੀਆਂ ਜ਼ਿਆਦਾ ਉਹਨਾਂ ਦੀਆਂ ਫੇਮਸ ਰਹੀਆਂ ਜੀ। ਤਿਲਚੌਲੀ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਰਚਨਾਵਾਂ ਨੂੰ ਬਾਰ-ਬਾਰ ਲੈ ਕੇ ਆਈਏ ਸਲਾਈਡ ਦੇ ਵਿੱਚ, ਤਾਂ ਕਿ ਤੁਹਾਨੂੰ ਉਹ ਯਾਦ ਰਹਿ ਸਕਣ। ਕਾਠ ਦੀ ਲੱਤ, ਗੋਰਾ ਬਾਦਸ਼ਾਹ, ਮੂਨ ਦੀ ਅੱਖ, ਪਛਾਣ, ਬੇਦੀ, ਜਿਸੇ कहते हैं, ਇਹ ਅਜਬ ਬੰਦੇ, ਬਰਫ਼ ਲਤਾੜੇ ਰੁੱਖ, ਕਥਾ ਵਾਰਤਾ, ਮਨੁੱਖ ਦੀ ਪੈੜ, ਤਨ ਪੱਤਣ। ਇਹ ਜਿਹੜੇ ਹੈ ਉਹਨਾਂ ਦੀਆਂ ਰਚਨਾਵਾਂ ਰਹੀਆਂ ਜੀ, ਮਸ਼ਹੂਰ। ਤੁਸੀਂ ਇਹਨਾਂ ਨੂੰ ਯਾਦ ਰੱਖਣਾ। 1953 ਦੇ ਵਿੱਚ ਜਦੋਂ 9ਵੀਂ ਕਲਾਸ ਦੇ ਵਿੱਚ ਪੜ੍ਹ ਰਿਹਾ ਸੀਗਾ ਮੋਹਨ ਸਿੰਘ ਭੰਡਾਰੀ, ਉਦੋਂ ਉਹਨੇ ਸਭ ਤੋਂ ਪਹਿਲਾਂ ਕਹਾਣੀ ਲਿਖੀ। ਕਹਾਣੀ ਦਾ ਨਾਮ ਸੀ ਅੱਧ-ਬਾਟੇ। ਅੱਗੇ ਗੱਲ ਕਰਾਂਗੇ ਵੀਡੀਓ ਦੇ ਵਿੱਚ। ਪਹਿਲਾਂ ਥੋੜਾ ਇੰਟਰੋਡਕਸ਼ਨ ਦੇ ਵੱਲ ਦੇਖ ਲਈਏ ਕਿ ਅੰਗਰੇਜ਼ੀ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਉਹਨਾਂ ਦਾ ਅਨੁਵਾਦ ਹੋ ਚੁੱਕਿਆ ਜੀ। ਮੋਹਨ ਭੰਡਾਰੀ ਸਿਲੈਕਟਡ ਸਟੋਰੀਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਪੇਪਰ ਦਾ ਸਵਾਲ ਹੋ ਸਕਦਾ ਜੀ ਕਿ ਮੋਹਨ ਭੰਡਾਰੀ ਦੀ ਜਿਹੜੀ ਕਿਤਾਬ ਹੈ ਅੰਗਰੇਜ਼ੀ ਦੇ ਵਿੱਚ ਮੋਹਨ ਭੰਡਾਰੀ ਸਿਲੈਕਟਡ ਸਟੋਰੀਜ਼ ਕਿਹਨੇ ਪਬਲਿਸ਼ ਕੀਤਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ, ਜਾਂ ਕਿਤਾਬ ਦਾ ਨਾਮ ਵੀ ਪੁੱਛਿਆ ਜਾ ਸਕਦਾ ਤੁਹਾਡੇ ਕੋਲੋਂ। ਮੋਹਨ ਭੰਡਾਰੀ ਦੀ ਆਪਣੀ ਵੱਖਰੀ ਪਛਾਣ ਹੈ ਜੀ। ਜਦੋਂ ਅਸੀਂ ਪੰਜਾਬੀ ਕਹਾਣੀ ਦੀ ਗੱਲ ਕਰਦੇ ਹਾਂ, ਪੰਜਾਬੀ ਸਾਹਿਤ ਦੇ ਵਿੱਚ ਜਿੰਨੇ ਵੀ ਸਾਹਿਤਕਾਰ ਹੋਏ ਆ ਜੀ, ਉਹਨਾਂ ਦੇ ਵਿੱਚੋਂ ਇੱਕ ਅਲੱਗ ਨਾਮ ਜਿਹੜਾ ਮੋਹਨ ਭੰਡਾਰੀ ਦਾ ਨਜ਼ਰ ਆਉਂਦਾ। ਉਹਦੇ ਬਾਰੇ 'ਚ ਵਿਦਵਾਨਾਂ ਦਾ ਕਥਨ ਹੈ ਜੀ ਕਿ ਨਿੱਕੇ ਫਿਕਰਿਆਂ ਦਾ ਮਤਲਬ ਹੁੰਦਾ ਸੈਂਟੈਂਸ, ਵਾਕ। ਨਿੱਕੇ ਫਿਕਰਿਆਂ ਵਿੱਚ ਵੱਡੇ ਫਿਕਰਾਂ ਨੂੰ ਦਰਜ ਕਰਨ ਵਾਲਾ ਕਹਾਣੀਕਾਰ ਹੈ। ਫਿਕਰ ਦਾ ਅਰਥ ਇੱਥੇ ਸਮੱਸਿਆਵਾਂ ਤੋਂ ਲੈਣਾ ਜੀ, ਕਿ ਜਿਹੜੀਆਂ ਵੱਡੀਆਂ ਸਮੱਸਿਆਵਾਂ, ਵੱਡੇ ਫਿਕਰ ਹੈ, ਉਹਨਾਂ ਨੂੰ ਛੋਟੇ-ਛੋਟੇ ਫਿਕਰੇ ਜਿਹੜੇ ਉਹਨਾਂ ਦੇ ਵਿੱਚ ਉਹ ਦਰਜ ਕਰ ਦਿੰਦਾ। ਦੂਜਾ ਉਹਨਾਂ ਦੇ ਬਾਰੇ ਕਿਹਾ ਜਾਂਦਾ ਜੀ ਕਿ ਮਨੁੱਖੀ ਜਜ਼ਬਾਤਾਂ ਦਾ ਚਿਤੇਰਾ ਹੈ। ਚਿਤਰਨ ਵਾਲਾ ਜਿਹੜਾ ਮਨੁੱਖੀ ਜਜ਼ਬਾਤ ਹੈ ਉਹਨਾਂ ਨੂੰ ਚਿਤਰਨ ਵਾਲਾ ਉਹਨੂੰ ਕਹਾਣੀਕਾਰ ਕਿਹਾ ਗਿਆ। ਔਰ ਮੋਹਨ ਭੰਡਾਰੀ ਦੀ ਖਾਸੀਅਤ ਰਹੀ ਹੈ ਜੀ ਕਿ ਉਹਨੇ ਮਨ ਦੀਆਂ ਬਰੀਕੀਆਂ ਨੂੰ
बड़ी बेबाकी दे नाल सिरजिया। पंजाबी दी निक्की कहानी जिहड़ी हैगी जी उहनूं जे पीसी ते पहुंचाउण वाले जिहड़े टॉप ते लैके जाण वाले कहानीकारां दा नाम लैना होवे उहनां दे विच वड्डा नाम जिहड़ा ओह मोहन भंडारी दा रहेगा। ਉਹਦੀਆਂ ਸ਼ਾਹਕਾਰ ਕਹਾਣੀਆਂ ਜਿਹੜੀਆਂ ਹੈਗੀਆਂ ਜੀ ਉਹ ਤੁਸੀਂ ਯਾਦ ਰੱਖਣੀਆਂ। ਉਹਨਾਂ ਦੇ ਵਿੱਚ ਹੈ ਮੈਨੂੰ ਟੈਗੋਰ ਬਣਾ ਦੇ ਮਾਂ, ਕਾਠ ਦੀ ਲੱਤ, ਘੋਟਣਾ, ਮੂਨ ਦੀ ਅੱਖ, ਬਰਫ਼ ਲਤਾੜੇ ਰੁੱਖ। ਨਵੀਂ ਪੀੜ੍ਹੀ ਦੇ ਕਹਾਣੀਕਾਰਾਂ ਲਈ ਮੋਹਨ ਭੰਡਾਰੀ ਇੱਕ ਆਦਰਸ਼ ਕਹਾਣੀਕਾਰ ਹੈ। ਉਹ ਟ੍ਰੈਂਡ ਸੈੱਟ ਕਰਨ ਵਾਲਿਆਂ ਦੇ ਵਿੱਚੋਂ ਹੈ ਜੀ। ਉਹਨੂੰ ਦੇਖ ਕੇ ਜਿਹੜੇ ਨਵੀਂ ਪੀੜ੍ਹੀ ਦੇ ਕਹਾਣੀਕਾਰ ਹੈ ਉਹ ਕਹਾਣੀ ਲਿਖਦੇ ਆ। 5 ਜਮਾਤਾਂ ਆਪਣੇ ਪਿੰਡ ਤੋਂ ਪੜ੍ਹਿਆ ਜੀ। ਬਨਭੌਰਾ ਜਿਹਦੀ ਅਸੀਂ ਗੱਲ ਕੀਤੀ ਹੈ। ਉਸ ਤੋਂ ਬਾਅਦ ਅਗਲੀਆਂ ਜਮਾਤਾਂ ਲਈ ਅਮਰਗੜ੍ਹ ਚਲਾ ਗਿਆ। ਹਮੇਸ਼ਾ ਕਲਾਸ ਦੇ ਵਿੱਚੋਂ ਅੱਵਲ ਆਉਂਦਾ ਰਿਹਾ। ਸਕੂਲ ਦੇ ਵਿੱਚ ਪੜ੍ਹਦਿਆਂ ਹੀ ਕਹਾਣੀ ਲਿਖਣੀ ਸ਼ੁਰੂ ਕੀਤੀ। 9ਵੀਂ ਕਲਾਸ ਦੇ ਵਿੱਚ ਕਹਾਣੀ ਦਾ ਨਾਮ ਸੀ ਅੱਧ ਬਾਟੇ। ਇਹ ਕਹਾਣੀ ਜਿਹੜੀ ਹੈ ਜੀ ਅੱਲੜ ਜਵਾਨੀ ਦੇ ਜਜ਼ਬਾਤਾਂ ਬਾਰੇ ਸੀਗੀ। ਪਰ ਅਸਲ ਦੇ ਵਿੱਚ ਜੋ ਮੋਹਨ ਭੰਡਾਰੀ ਕਹਾਣੀਕਾਰ ਬਣਿਆ ਜਾਂ ਉਹਦੀ ਪਹਿਚਾਣ ਬਣੀ ਉਹ ਸੀ ਉਹਦੀ ਕਹਾਣੀ ਮੈਨੂੰ ਟੈਗੋਰ ਬਣਾ ਦੇ ਮਾਂ। ਮੈਨੂੰ ਟੈਗੋਰ ਬਣਾ ਦੇ ਮਾਂ ਇੱਕ ਬਹੁਤ ਕਲਾਸੀਕਲ ਉਹਨਾਂ ਦੀ ਕਹਾਣੀ ਮੰਨੀ ਜਾਂਦੀ ਹੈ ਜੀ। ਔਰ ਇਸ ਹੀ ਕਹਾਣੀ ਨੇ ਉਹਨੂੰ ਇੱਕ ਕਹਾਣੀਕਾਰ ਦੇ ਤੌਰ ਤੇ ਸਥਾਪਿਤ ਕਰ ਦਿੱਤਾ। ਥੋੜ੍ਹਾ ਇਹਦਾ ਦੇਖ ਲੈਂਦੇ ਹਾਂ ਜੀ ਕਹਾਣੀ ਦੇ ਵਿੱਚ ਕੀ ਹੈ ਕਿ ਬਦਰੂ ਘੁਮਾਰ ਦੇ ਜੀਵਨ ਦੇ ਯਥਾਰਥ ਨੂੰ ਪੇਸ਼ ਕਰਦੀ ਕਹਾਣੀ ਅਨੇਕਾਂ ਪਹਿਲੂਆਂ ਤੇ ਇਹ ਸਵਾਲੀਆ ਨਿਸ਼ਾਨ ਲਾਉਂਦੀ ਹੈ। ਸਾਡੇ ਸਮਾਜ ਦੇ ਅੰਦਰ ਜਿਹੜਾ ਜਾਤੀ ਤੇ ਜਮਾਤੀ, ਜਾਤੀ ਦਾ ਅਰਥ ਹੈ ਜੀ ਜਿਹੜਾ ਕਾਸਟ ਨਾਲ ਸੰਬੰਧਿਤ ਹੈ, ਔਰ ਜਮਾਤੀ ਜਿਹੜਾ ਸ਼੍ਰੇਣੀ ਵਰਗ ਹੈ ਜੋ ਅਮੀਰ, ਗਰੀਬ, ਮੱਧ ਵਰਗ, ਨਿਮਨ ਵਰਗ, ਉਹਨੂੰ ਆਪਾਂ ਜਮਾਤੀ ਕਹਿੰਦੇ ਹਾਂ। ਠੀਕ ਹੈ ਜੀ, ਸਮਝ ਗਏ ਹੋਗੇ ਜਾਤੀ ਤੇ ਜਮਾਤੀ ਦਾ ਅੰਤਰ ਤੁਸੀਂ। ਉਹਦਾ ਜਿਹੜਾ ਤਾਣਾ ਬਾਣਾ ਉਹ ਸਾਰੇ ਤਾਣੇ ਬਾਣੇ ਨੂੰ ਇਸ ਕਹਾਣੀ ਦੇ ਵਿੱਚ ਬੜੇ ਸੂਖਮ, ਸੰਜਮ ਔਰ ਸਹਿਜ ਰਾਹੀਂ ਸਿਰਜ ਕੇ ਉਹਨੇ ਪੇਸ਼ ਕੀਤਾ ਹੈ। ਬਦਰੂ ਜਿਹੜਾ ਘੁਮਾਰ ਹੈ ਆਪਣਾ ਜੱਦੀ ਪੁਸ਼ਟੀ ਕਿੱਤਾ ਲੜ ਬੰਨੀ ਗੁੜ ਦੀ ਰੋੜੀ ਵਾਂਗ ਉਸਦੇ ਮੌਰ ਭੰਨ ਰਿਹਾ ਹੈ। ਬਦਰੂ ਦਹਿਸ਼ਤ ਦੇ ਵਿੱਚ ਹੈ ਔਰ ਬਦਰੂ ਦੇ ਗਧਿਆਂ ਨੂੰ ਕਹਾਣੀ ਵਿੱਚ ਵੱਖ-ਵੱਖ ਚਿੰਨ੍ਹਾਂ ਰਾਹੀਂ ਵਿਅੰਗਾਤਮਕ ਤੌਰ ਤੇ ਵਰਤਿਆ ਗਿਆ ਮੋਹਨ ਭੰਡਾਰੀ ਦੇ ਵੱਲੋਂ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਕਿ ਗਧਿਆਂ ਨੂੰ ਚਿੰਨ੍ਹਾਂ ਦੇ ਤੌਰ ਤੇ ਵਰਤ ਲੈਣਾ, ਵਿਅੰਗ ਦੇ ਤੌਰ ਤੇ ਵਰਤ ਲੈਣਾ, ਜਿਹੜਾ ਉਹਨਾਂ ਦੀ ਕਲਾ ਦੀ ਖਾਸੀਅਤ ਹੈ, ਉਹਨਾਂ ਦੀ ਕਲਾ ਸਾਨੂੰ ਨਜ਼ਰ ਆਉਂਦੀ ਹੈ। ਪੰਜਾਬੀ ਜ਼ੁਬਾਨ ਹੀ ਨਹੀਂ, ਜ਼ੁਬਾਨ ਦਾ ਅਰਥ ਹੁੰਦਾ ਜੀ ਭਾਸ਼ਾ ਲੈਣਾ। ਇੱਥੇ ਤੁਸੀਂ ਲੈਂਗੁਏਜ ਮਤਲਬ ਪੰਜਾਬੀ ਜ਼ੁਬਾਨ ਹੀ ਨਹੀਂ, ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਉਹਨਾਂ ਦੀਆਂ ਜਿੰਨੀਆਂ ਵੀ ਕਹਾਣੀਆਂ ਰਚੀਆਂ ਗਈਆਂ ਉਹਨਾਂ ਦੇ ਵਿੱਚੋਂ ਜੇ ਵਧੀਆ ਕਹਾਣੀਆਂ ਦੀ ਗੱਲ ਕਰਨੀ ਹੋਵੇ, ਬਿਹਤਰੀਨ ਕਹਾਣੀਆਂ ਦੀ ਗੱਲ ਕਰਨੀ ਹੋਵੇ ਤਾਂ ਮੋਹਨ ਭੰਡਾਰੀ ਦੀਆਂ ਕਹਾਣੀਆਂ ਵੀ ਉਹਨਾਂ ਕਹਾਣੀਆਂ ਦੇ ਵਿੱਚ ਆਉਣਗੀਆਂ। ਕਿਸੇ ਵੀ ਪੱਖ ਤੋਂ ਘੱਟ ਨਹੀਂ ਹੈਗੀਆਂ। ਜੇ ਅਸੀਂ ਭਾਰਤ ਦੀਆਂ ਸਾਰੀਆਂ ਜਿਹੜੀਆਂ ਭਾਸ਼ਾਵਾਂ ਉਹਨਾਂ ਦੀਆਂ ਕਹਾਣੀਆਂ ਨੂੰ ਲੈ ਲਈਏ, ਵਧੀਆ ਤੋਂ ਵਧੀਆ ਕਹਾਣੀਆਂ ਜਿਹੜੀਆਂ ਚੁਣਿੰਦਾ ਕਹਾਣੀਆਂ ਅਸੀਂ ਲਈਏ ਤਾਂ ਮੋਹਨ ਭੰਡਾਰੀ ਜਿਹੜਾ ਹੈ ਉਹਦੀਆਂ ਕਹਾਣੀਆਂ ਉਹਨਾਂ ਦੇ ਬਰਾਬਰ ਰਹਿਣਗੀਆਂ। ਮੋਹਨ ਭੰਡਾਰੀ ਦਾ ਮਤ ਇਹ ਸੀਗਾ ਜੀ ਕਿ ਕਿਤਾਬਾਂ ਜੀਵਨ ਬਾਰੇ ਬਹੁਤ ਕੁਝ ਦੱਸਦੀਆਂ ਪਰ ਆਪ ਜੀਵਨ ਨਹੀਂ ਹੁੰਦੀਆਂ। ਕਿਤਾਬਾਂ ਸਾਨੂੰ ਜੀਵਨ ਬਾਰੇ ਤਾਂ ਦੱਸ ਸਕਦੀਆਂ ਪਰ ਕਿਤਾਬਾਂ ਜੀਵਨ ਨਹੀਂ ਹੁੰਦੀਆਂ। ਜੀਵਨ ਜਿਹੜਾ ਉਹ ਕਿਤਾਬਾਂ ਦੇ ਨਾਲੋਂ ਵੱਖਰਾ ਹੁੰਦਾ। ਜਿਉਂਦੇ ਮਨੁੱਖ ਵਿੱਚ ਮਸ਼ੀਨ ਨਾਲੋਂ ਕਿਤੇ ਵੱਧ ਸੰਭਾਵਨਾਵਾਂ ਹੁੰਦੀਆਂ, ਇਸ ਕਰਕੇ ਮਨੁੱਖ ਕਦੇ ਵੀ ਮਸ਼ੀਨ ਨਹੀਂ ਬਣ ਸਕਦਾ। ਠੀਕ ਹੈ ਜੀ, ਅਜੋਕੇ ਮਨੁੱਖੀ ਯੁੱਗ ਵਿੱਚ ਉਹ ਕਿਰਤ ਦੇ ਮਹੱਤਵ ਨੂੰ ਸਥਾਪਿਤ ਕਰਨ ਦਾ ਚਾਹਵਾਨ ਹੈ। ਥੋੜ੍ਹਾ ਜਿਹਾ ਇਹਨੂੰ ਆਪਾਂ ਸਮਝੀਏ, ਸ਼ਾਇਦ ਤੁਸੀਂ ਗੱਲ ਨੂੰ ਥੋੜ੍ਹੀ ਗੁੰਝਲ ਵਾਲੀ ਗੱਲ ਹੈ, ਸ਼ਾਇਦ ਤੁਹਾਨੂੰ ਨਾ ਸਮਝ ਆਈ ਹੋਵੇ। ਕਹਿਣ ਦਾ ਮਤਲਬ ਕੀ ਹੈ ਕਿ ਜਿੱਦਾਂ ਜਿੱਦਾਂ ਮਸ਼ੀਨ ਆਉਂਦੀ ਹੈ ਮਨੁੱਖ ਜਿਹੜਾ ਕਿਰਤੀ ਹੈ, ਖਾਸ ਕਰਕੇ ਕਿਰਤ ਦਾ ਵਰਗ ਹੈ, ਉਹਦਾ ਰੁਜ਼ਗਾਰ ਖੋਇਆ ਜਾਂਦਾ। ਮਨੁੱਖ ਦੀ ਨੂੰ ਜਿਹੜੀ ਮਸ਼ੀਨ ਹੈ ਰਿਪਲੇਸ ਕਰ ਰਹੀ, ਮਤਲਬ ਮਸ਼ੀਨ ਮਨੁੱਖ ਦੀ ਜਗ੍ਹਾ ਲੈ ਰਹੀ ਹੈ। ਪਰ ਮੋਹਨ ਭੰਡਾਰੀ ਆਪਣੀ ਕਹਾਣੀ ਦੇ ਰਾਹੀਂ ਇਹ ਦੱਸਦਾ ਕਿ ਜਿਹੜਾ ਮਨੁੱਖ ਹੈ ਉਹਦੇ ਵਿੱਚ ਮਸ਼ੀਨ ਨਾਲੋਂ ਵੱਧ ਸੰਭਾਵਨਾ, ਮਤਲਬ ਕਿ ਮਸ਼ੀਨ ਜਿਹੜੀ ਹੈ ਮਨੁੱਖ ਦਾ ਬਦਲ ਨਹੀਂ ਹੋ ਸਕਦੀ। ਭਾਵੇਂ ਮਸ਼ੀਨ ਨੇ ਸੌਖਾ ਕੀਤਾ ਪਰ ਜੋ ਚੀਜ਼ ਮਨੁੱਖ ਦੇ ਅੰਦਰ ਹੈ ਉਹਦੇ ਨਾਲ ਕਿਰਤ ਦਾ ਮਹੱਤਵ ਜਿਹੜਾ ਉਹਨੂੰ ਘਟਾਇਆ ਨਹੀਂ ਜਾਣਾ ਚਾਹੀਦਾ ਮਸ਼ੀਨ ਦੇ ਨਾਲ। ਇਹਦੇ ਲਈ ਉਹਦੀ ਕਹਾਣੀ ਜਿਹੜੀ ਹੈ ਜੀ ਘੋਟਣਾ, ਉਹ ਇਸੇ ਤਰ੍ਹਾਂ ਦੀ ਕਹਾਣੀ ਹੈ, ਇਸੇ ਲਈ ਉਹਨੂੰ ਪਸੰਦ ਕੀਤਾ। ਮੋਹਨ ਭੰਡਾਰੀ ਦੇ ਬਾਰੇ 'ਚ ਕਿਹਾ ਜਾਂਦਾ ਜੀ ਕਿ ਜਦੋਂ ਉਹਦੀ ਕਹਾਣੀ ਚੱਲਦੀ ਹੈ ਪਾਠਕ ਪੜ੍ਹਨਾ ਸ਼ੁਰੂ ਕਰਦਾ, ਉਹ ਪਾਠਕ ਨੂੰ ਉਂਗਲ ਫੜ ਕੇ ਆਪਣੇ ਨਾਲ ਤੋਰ ਲੈਂਦਾ। ਇਹ ਉਹਦੀ ਸਾਹਿਤਕ ਕਲਾ ਦੀ ਤਾਕਤ ਹੈ। ਪ੍ਰਸ਼ਨ ਹੋ ਸਕਦਾ ਜੀ ਉਹਦੀ ਸਾਹਿਤਕ ਕਲਾ ਦੀ ਤਾਕਤ ਕੀ ਹੈ ਕਿ ਪਾਠਕ ਨੂੰ ਉਂਗਲ ਫੜ ਕੇ ਤੋਰਦਾ। ਤੇ ਕਿਸ ਤਰ੍ਹਾਂ ਦਾ ਕਹਾਣੀਕਾਰ ਹੈ ਜੀ ਉਹ ਪ੍ਰਗਤੀਸ਼ੀਲ ਤੋਂ ਲੈ ਕੇ ਪ੍ਰਯੋਗਵਾਦੀ ਸਾਰੀ ਤਰ੍ਹਾਂ ਦੀਆਂ ਕਹਾਣੀਆਂ ਦੀ ਉਹਨੇ ਰਚਨਾ ਕੀਤੀ ਹੈ। ਉਹਨੂੰ ਪ੍ਰਗਤੀਸ਼ੀਲ ਵੀ ਅਸੀਂ ਕਹਿ ਸਕਦੇ ਹਾਂ, ਪ੍ਰਯੋਗਵਾਦੀ ਵੀ ਆਪਾਂ ਉਹਨੂੰ ਕਹਿ ਸਕਦੇ ਹਾਂ। ਪਰ ਉਸਦੀਆਂ ਉਹੀ ਕਹਾਣੀਆਂ ਜ਼ਿਆਦਾ ਚਰਚਾ ਦੇ ਵਿੱਚ ਆਈਆਂ ਜਿਨ੍ਹਾਂ ਦੇ ਵਿੱਚ ਕਲਾਤਮਕਤਾ ਦੇ ਨਾਲ ਮਨੁੱਖ ਦੇ ਸੂਖਮ ਪਲਾਂ ਨੂੰ ਪਛਾਣਨ ਦਾ ਯਤਨ ਕੀਤਾ। ਉਹਦੀਆਂ ਜਿਹੜੀਆਂ ਕਹਾਣੀਆਂ ਦੀ ਜ਼ਿਆਦਾ ਚਰਚਾ ਹੋਈ ਹੈ ਜੀ ਉਹ ਕਿਹੜੀਆਂ, ਜਿਨ੍ਹਾਂ ਦੇ ਵਿੱਚ ਕਲਾਤਮਕਤਾ ਮਤਲਬ ਜੋ
ਕਲਾਸੀਕਲ ਜਿਹਨੂੰ ਅਸੀਂ ਕਹਿੰਦੇ ਕਹਾਣੀ, ਉਹਦੇ ਨਾਲ ਨਾਲ ਮਨੁੱਖ ਦੇ ਸੂਖਮ ਪਲ ਜਿਹੜੇ ਹੈਗੇ ਆ ਉਹਨਾਂ ਨੂੰ ਪਛਾਣਨ ਦਾ ਜਿਹੜਾ ਯਤਨ ਹੈ, ਉਹਦੇ ਨਾਲ ਉਹਦੀ ਪਹਿਚਾਣ ਬਣੀ ਹੈ। ਉਹੀ ਕਹਾਣੀਆਂ ਉਹਦੀਆਂ ਚਰਚਾ ਦੇ ਵਿੱਚ ਰਹੀਆਂ। ਇਹ ਕਹਾਣੀਆਂ ਉਸਦੇ ਸਾਧ ਮੁਰਾਦੇ ਜੀਵਨ ਵਾਂਗ ਹੀ ਸਰਲ ਤੇ ਸਪਸ਼ਟ ਹਨ। ਜਿੱਦਾਂ ਦਾ ਉਹਦਾ ਆਪਣਾ ਜੀਵਨ ਰਿਹਾ ਜੀ, ਬਿਲਕੁਲ ਸਰਲ ਤੇ ਸਪਸ਼ਟ, ਉਸੇ ਤਰ੍ਹਾਂ ਦੀਆਂ ਉਹਨੇ ਕਹਾਣੀਆਂ ਲਿਖੀਆਂ। ਜ਼ਿਆਦਾ ਅਸੀਂ ਉਹਨਾਂ ਦੀ ਕਹਾਣੀ ਦੇ ਨੇੜੇ ਹੀ ਰਹਾਂਗੇ, ਜੀਵਨ ਵੱਲ ਨੂੰ ਨਹੀਂ ਜਾ ਰਿਹਾ ਮੈਂ, ਪਰ ਉਹਨਾਂ ਦਾ ਜਿਹੜਾ ਆਪਣਾ ਜੀਵਨ ਹੈ ਉਹ ਵੀ ਬਿਲਕੁਲ ਇਸੇ ਤਰ੍ਹਾਂ ਦਾ ਜਿਸ ਤਰ੍ਹਾਂ ਦੇ ਉਹਨਾਂ ਦੇ ਕਹਾਣੀਆਂ ਦੇ ਪਾਤਰ ਰਹੇ ਆ। ਭਾਸ਼ਾ ਜਿਹੜੀ ਹੈ ਜੀ ਠੇਠ ਮਲਵਈ ਹੁੰਦੀ ਹੈ ਉਹਨਾਂ ਦੀ। ਇਸ ਚੀਜ਼ ਨੂੰ ਤੁਸੀਂ ਯਾਦ ਰੱਖਣਾ, ਕਿਉਂਕਿ ਸੰਗਰੂਰ ਦੇ ਨਾਲ ਉਹਨਾਂ ਦਾ ਸੰਬੰਧ ਹੈ, ਮਾਲਵੇ ਦੇ ਨਾਲ। ਉਹ ਜਿਹੜਾ ਅਸਰ ਉਹਨਾਂ ਦੀ ਭਾਸ਼ਾ ਦੇ ਵਿੱਚ ਨਜ਼ਰ ਆਉਂਦਾ ਕਹਾਣੀਆਂ ਦੇ ਵਿੱਚ। ਆਪਣੀ ਸੂਖਮ ਕਲਾਤਮਕ ਦ੍ਰਿਸ਼ਟੀ ਰਾਹੀਂ ਉਹਨਾਂ ਨੇ ਪੰਜਾਬੀ ਕਹਾਣੀ ਦੇ ਵਿੱਚ ਬਹੁਤ ਸਾਰੇ ਨਵੇਂ ਜਿਹੜੇ ਤਜਰਬੇ ਕੀਤੇ ਆ। ਨਵੇਂ ਤਜਰਬੇ ਕਰਨ ਵਾਲਾ ਕਹਾਣੀਕਾਰ ਅਸੀਂ ਉਹਨੂੰ ਕਹਿ ਸਕਦੇ ਹਾਂ। ਆਪਣੇ ਜੀਵਨ ਅਨੁਭਵ ਦੇ ਵਿੱਚੋਂ ਗਿਆਨ ਨੂੰ ਕਸੀਦ ਕੇ ਕਹਾਣੀਆਂ ਨੂੰ ਬੌਧਿਕ ਰੰਗਤ ਦੇ ਸਕਿਆ। ਜਿਸ ਤਰ੍ਹਾਂ ਅਸੀਂ ਸੰਤ ਸਿੰਘ ਸੇਖੋਂ ਦੀ ਗੱਲ ਕੀਤੀ ਸੀ ਕਿ ਜਿਹੜੀ ਬੌਧਿਕਤਾ ਲੈ ਕੇ ਆਉਂਦੇ ਆਪਣੀ ਰਚਨਾ ਦੇ ਵਿੱਚ, ਉਸੇ ਤਰ੍ਹਾਂ ਜਿਹੜਾ ਆਪਣੇ ਜੀਵਨ ਦਾ ਗਿਆਨ ਹੈ, ਉਸ ਗਿਆਨ ਦੇ ਨਾਲ ਆਪਣੀਆਂ ਕਹਾਣੀਆਂ ਦੇ ਅੰਦਰ ਬੌਧਿਕਤਾ ਵੀ ਲੈ ਕੇ ਆਇਆ ਮੋਹਨ ਭੰਡਾਰੀ। ਮਤਲਬ ਉਹਦੀਆਂ ਕਹਾਣੀਆਂ ਦੇ ਵਿੱਚ ਜਿੱਥੇ ਕਲਾ ਹੈ, ਉਹਦੇ ਨਾਲ ਨਾਲ ਬੌਧਿਕਤਾ ਵੀ ਹੈ, ਬੌਧਿਕ ਰੰਗਣ ਵੀ ਉਹਦੀਆਂ ਕਹਾਣੀਆਂ ਦੇ ਅੰਦਰ ਹੈ। ਉਹਨੂੰ ਅਸੀਂ ਸ਼ਬਦਾਂ ਦਾ ਸ਼ਿਲਪਕਾਰ ਕਹਿ ਸਕਦੇ ਹਾਂ ਜੀ। ਸ਼ਬਦਾਂ ਦਾ ਜਿਹੜਾ ਸ਼ਿਲਪਕਾਰ ਹੈ, ਉਹਨੇ ਕਹਾਣੀ ਨੂੰ ਘੜਿਆ ਹੀ ਨਹੀਂ, ਜੀਆ ਵੀ ਹੈ। ਮਤਲਬ ਜੋ ਉਹਦੀਆਂ ਕਹਾਣੀਆਂ ਹੈਗੀਆਂ ਉਹਦੇ ਜੀਵਨ ਦੇ ਵਿੱਚ ਵੀ ਉਹ ਰਹੀਆਂ, ਸਿਰਫ ਲਿਖਦਾ ਨਹੀਂ ਹੈ, ਜਿਉਂਦਾ ਵੀ ਹੈ ਉਹਨਾਂ ਨੂੰ। ਉਸਦੀਆਂ ਕਹਾਣੀਆਂ ਦੇ ਕਈ ਪਾਤਰ, ਜ਼ਿਆਦਾਤਰ ਜਿਹੜੇ ਉਹਦੇ ਕਹਾਣੀਆਂ ਦੇ ਪਾਤਰ ਹੈ, ਉਹ ਪ੍ਰਤੀਸਥਿਤੀਆਂ ਤੋਂ ਹਾਰਦੇ ਨਹੀਂ। ਮਤਲਬ ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ ਉਹ ਸੰਘਰਸ਼ ਕਰਦੇ। ਉਹਦੇ ਪਾਤਰ ਕਦੇ ਇੱਦਾਂ ਨਹੀਂ ਹੁੰਦਾ ਕਿ ਹਾਲਾਤ ਔਖੇ ਆ ਗਏ ਔਰ ਉਹ ਪਾਤਰ ਹਾਰ ਗਿਆ। ਇਹ ਚੀਜ਼ਾਂ ਉਹਦੀ ਕਹਾਣੀ 'ਚ ਨਹੀਂ ਹੈਗੀਆਂ। ਮਨੁੱਖੀ ਸੰਘਰਸ਼ ਜਿਹੜਾ ਹੈ ਉਹਨੂੰ ਆਪਣੀਆਂ ਕਹਾਣੀਆਂ ਦੇ ਵਿੱਚ ਦਰਸਾਇਆ, ਔਰ ਉਹਦੇ ਜਿਹੜੇ ਪਾਤਰ ਹੈ ਉਹ ਵੀ ਮਨੁੱਖੀ ਸੰਘਰਸ਼ ਨੂੰ ਪਰਣਾਏ ਹੋਏ ਪਾਤਰ ਹਾਰ ਵੱਲ ਵਧਣ ਦੇ ਕਾਰਨਾਂ ਨੂੰ ਤਲਾਸ਼ਦੇ ਹੈ। ਠੀਕ ਹੈ ਜੀ, ਮਤਲਬ ਉਹ ਹਾਰ ਵੱਲ ਨੂੰ ਜਾ ਰਹੇ ਹੈ, ਪਰ ਉਹਨਾਂ ਦੇ ਕਾਰਨਾਂ ਨੂੰ ਤਲਾਸ਼ਦੇ ਆ ਕਿ ਇਸ ਹਾਰ ਦਾ ਕਾਰਨ ਕੀ ਹੈ। ਉਹ ਪੀਸੇ ਜਾ ਰਹੇ ਪਾਤਰ ਨੂੰ ਇੱਕ ਬਿੱਥ ਤੇ ਰਹਿ ਕੇ ਪੇਸ਼ ਕਰਦਾ ਹੈ ਅਤੇ ਆਪਣੀ ਪ੍ਰਗਤੀਸ਼ੀਲ ਸੋਚ ਨੂੰ ਨਾਅਰੇ ਵਾਂਗ ਨਹੀਂ ਵਰਤਦਾ। ਜਿੱਦਾਂ ਅਸੀਂ ਨੌਰੰਗ ਸਿੰਘ ਦੀ ਗੱਲ ਕੀਤੀ ਸੀ, ਉਹਦੇ ਵਿੱਚ ਉਹਨਾਂ ਨਾਲੋਂ ਇਹ ਚੀਜ਼ਾਂ ਇਹਦੀਆਂ ਅਲੱਗ ਹੈਗੀਆਂ ਮੋਹਨ ਭੰਡਾਰੀ ਦੀਆਂ, ਕਿ ਉਹ ਪ੍ਰਗਤੀਸ਼ੀਲ ਸੋਚ ਨੂੰ ਨਾਅਰੇ ਦੀ ਤਰ੍ਹਾਂ ਨਹੀਂ ਵਰਤਦਾ। ਮੋਹਨ ਭੰਡਾਰੀ ਨੇ ਜਿਹੜਾ ਆਪਣੀ ਪ੍ਰਗਤੀਸ਼ੀਲ ਸੋਚ ਹੈ ਉਹਨੂੰ ਦਰਸਾਇਆ ਜ਼ਰੂਰ ਹੈ, ਪਰ ਉਹਨੂੰ ਨਾਅਰੇ ਦੀ ਤਰ੍ਹਾਂ ਨਹੀਂ ਵਰਤਿਆ। ਇਹੋ ਕਾਰਨ ਹੈ ਜਿਹੜੀ ਉਹਨਾਂ ਦੀ ਕਹਾਣੀਆਂ ਕਲਯੁਗ ਹੈ ਜਾਂ ਪਾੜ ਹੈ, ਉਹਨਾਂ ਦੇ ਵਿਚਲੇ ਪਾਤਰ ਦੁਖਾਂਤਕ ਜਿਹੜੀਆਂ ਪ੍ਰਤੀਸਥਿਤੀਆਂ ਆਉਂਦੀਆਂ, ਉਹਨਾਂ ਦੇ ਵਿੱਚ ਵੀ ਆਪਣੀ ਮਨੁੱਖਤਾ ਨੂੰ ਉਹ ਜਿਉਂਦਾ ਰੱਖਦੇ ਆ। ਪੰਜਾਬੀ ਸੱਭਿਆਚਾਰ ਦੇ ਨਰੋਏ ਪੱਖਾਂ ਨੂੰ ਮਰਨ ਨਾ ਦੇਣਾ ਭੰਡਾਰੀ ਦੀ ਕਹਾਣੀ ਕਲਾ ਦੀ ਇੱਕ ਹੋਰ ਖੂਬਸੂਰਤੀ ਹੈ। ਮਤਲਬ ਜੋ ਪੰਜਾਬੀ ਸੱਭਿਆਚਾਰ ਦੇ ਪੱਖ ਹੈਗੇ ਜੀ, ਉਹਨਾਂ ਨੂੰ ਆਪਣੀ ਕਹਾਣੀ ਦੇ ਵਿੱਚ ਮਰਨ ਨਹੀਂ ਦਿੰਦਾ। ਜ਼ਿਆਦਾਤਰ ਅਸੀਂ ਦੇਖਿਆ ਨਾ, ਕਹਾਣੀਕਾਰ ਜਿਹੜੇ ਉਹ ਪੱਛਮ ਦਾ ਪ੍ਰਭਾਵ ਲੈ ਕੇ ਆਉਂਦੇ, ਉਸ ਤਰ੍ਹਾਂ ਦੀ ਸੋਚ, ਉਸ ਤਰ੍ਹਾਂ ਦੀ ਜਿਹੜਾ ਦ੍ਰਿਸ਼ਟੀਕੋਣ ਹੈ ਉਹਨੂੰ ਪੇਸ਼ ਕਰਨ ਦਾ ਯਤਨ ਕਰਦੇ ਆ। ਪਰ ਭੰਡਾਰੀ ਜਿਹੜਾ ਉਹਨਾਂ ਨਾਲੋਂ ਅਲੱਗ ਇਸ ਲਈ ਹੈ ਕਿ ਉਹ ਪੰਜਾਬੀ ਸੱਭਿਆਚਾਰ ਦੇ ਜਿਹੜੇ ਨਰੋਏ ਪੱਖ ਹੈ ਉਹਨਾਂ ਨੂੰ ਮਰਨ ਨਹੀਂ ਦਿੰਦਾ, ਉਹਨਾਂ ਨੂੰ ਆਪਣੀਆਂ ਕਹਾਣੀਆਂ ਦੇ ਵਿੱਚ ਲੈ ਕੇ ਆਉਂਦਾ। ਪੰਜਾਬ ਦਾ ਜਿਹੜਾ ਸੰਕਟ ਰਿਹਾ ਜੀ, ਅੱਤਵਾਦੀ ਹਨੇਰੀ ਜਿਹੜੀ ਪੰਜਾਬ ਦੇ ਵਿੱਚ ਚੱਲੀ ਹੈ, ਉਹਦੇ ਵਿੱਚ ਜਿਹੜੀ ਪੰਜਾਬੀ ਮਾਨਸਿਕਤਾ ਦੀ ਬਦਸੂਰਤੀ ਹੈ ਜੀ, ਉਹ ਬਦਸੂਰਤ ਬਣਿਆ ਪੰਜਾਬੀ ਮਾਨਸਿਕਤਾ ਅੱਤਵਾਦ ਦੇ ਦੌਰ ਦੇ ਵਿੱਚ, ਉਹਨੂੰ ਵੀ ਉਹਨੇ ਬਿਲਕੁਲ ਪੇਸ਼ ਕੀਤਾ। ਇਹਦੇ ਬਾਰੇ ਹੀ ਉਹਨੇ ਮੂਨ ਦੀ ਅੱਖ ਕਹਾਣੀ ਵੀ ਲਿਖੀ ਹੈ, ਔਰ ਇਹ ਕਹਾਣੀ ਸੰਗ੍ਰਹਿ ਜਿਹੜਾ ਪੰਜਾਬ ਦੇ ਸੰਕਟ ਬਾਰੇ ਸੀਗਾ, ਮੂਨ ਦੀ ਅੱਖ, ਜਿਹਦੇ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ ਸੀ। ਤੋ ਇਹ ਵੀ ਤੁਹਾਡਾ ਪੇਪਰ ਦਾ ਪ੍ਰਸ਼ਨ ਹੋ ਸਕਦਾ ਜੀ ਕਿ ਪੰਜਾਬ ਦੇ ਸੰਕਟ ਬਾਰੇ ਕਿਹੜੀ ਕਹਾਣੀ ਹੈ ਉਹਨਾਂ ਦੀ, ਉਹ ਹੈ ਜੀ ਮੂਨ ਦੀ ਅੱਖ। ਜਾਂ ਕਿਹੜੇ ਕਹਾਣੀ ਸੰਗ੍ਰਹਿ ਦੇ ਵਿੱਚ ਪੰਜਾਬ ਦੇ ਸੰਕਟ ਦਾ, ਪੰਜਾਬ ਦੇ ਸੰਤਾਪ ਦਾ ਜ਼ਿਕਰ ਹੈ, ਉਹ ਹੈ ਜੀ ਮੂਨ ਦੀ ਅੱਖ। ਇਹ ਜਿਹੜੀ ਕਹਾਣੀ ਹੈ ਜੀ, ਉਹਦੇ ਵਿੱਚ ਪੰਜਾਬ ਦੇ ਅੱਤਵਾਦ ਨਾਲ ਸੰਬੰਧਿਤ ਜਿੰਨੀਆਂ ਵੀ ਕਹਾਣੀਆਂ ਲਿਖੀਆਂ ਗਈਆਂ, ਉਹਨਾਂ ਦੇ ਵਿੱਚੋਂ ਇਹ ਸਿਰ ਕੱਢ ਕਹਾਣੀ ਹੈ। ਔਰ ਇਹਦੇ ਵਿੱਚ ਸੂਖਮ ਤੋਂ ਸੂਖਮ ਜਿਹੜੇ ਵੇਰਵੇ ਹੈ, ਉਹਨਾਂ ਦੇ ਨਾਲ ਪੰਜਾਬੀ ਮਾਨਸਿਕਤਾ ਦੀਆਂ ਬਰੀਕ ਤੰਦਾਂ ਨੂੰ ਛੂਹੰਦੀ ਹੈ ਜੀ ਇਹ ਕਹਾਣੀ। ਇਸ ਕਹਾਣੀ ਦੇ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ, ਜਿੱਦਾਂ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ। ਉਹਨਾਂ ਦਾ ਕਥਨ ਸੀਗਾ ਜੀ ਪੁਰਸਕਾਰ ਮਿਲਣ ਦੇ ਬਾਅਦ ਕਿ ਇਨਾਮ ਲੇਖਕ ਨੂੰ ਥੋੜੀ ਬਹੁਤੀ ਪਹਿਚਾਣ ਤਾਂ ਦਿੰਦੇ ਆ, ਪਰ ਉਸ ਨੂੰ ਲੇਖਕ ਨਹੀਂ ਬਣਾ ਸਕਦੇ। ਠੀਕ ਹੈ ਜੀ, ਉਹਨਾਂ ਦਾ ਮੰਨਣਾ ਸੀਗਾ ਕਿ ਲੇਖਕ ਦੀ ਜਿਹੜੀ ਅਸਲੀ ਪ੍ਰਾਪਤੀ ਹੈ ਉਹਦੇ ਪਾਠਕ ਹੈ। ਉਹ ਇਸ ਤਰ੍ਹਾਂ ਦੀ ਸਪਸ਼ਟਤਾ ਦੇ ਵਿੱਚ ਉਹ ਯਕੀਨ ਰੱਖਦਾ ਭੰਡਾਰੀ। ਮੋਹਨ ਭੰਡਾਰੀ ਨੇ ਨਾ ਕੇਵਲ ਕਹਾਣੀਆਂ ਲਿਖੀਆਂ, ਸਗੋਂ ਰੇਖਾ ਚਿੱਤਰ ਵੀ ਉਹਨਾਂ ਨੇ ਲਿਖਿਆ ਜੀ। ਇਹ ਅਜਬ ਬੰਦੇ, ਇਹ ਉਹਨਾਂ ਦਾ ਰੇਖਾ ਚਿੱਤਰ ਹੈ ਜੀ। ਇਹ ਤੋਂ ਇਲਾਵਾ ਉਹਨਾਂ ਨੇ ਅਨੁਵਾਦ ਦਾ ਕੰਮ ਵੀ ਕੀਤਾ।
पंजाबी दे विच हालांकि अनुवाद की घट रही है, पर क्योंकि जिस तरह की कहानी लिखदा हो, जिस तरह का कलात्मक कहानी उस तरह का उन्हें अनुवाद भी किया। उहदे विच चैखव दा राजिंदर सिंह बेदी, मंटो, सुब्रमण्यम स्वामी उन्हां दी कला किरतां दा उन्हें अनुवाद किया। गल असीं रचनावां दी कर लईए जी, रचनावां और किस तरह के उन्होंने विषय है। मोहन भंडारी ने कहानी भावें घट लिखी है, पर बहुत पाएदार कहानी जी उन्होंने मनी जाती है पंजाबी साहित्य के अंदर। कहानियां के दो पड़ाव है जी। पहले पड़ाव के विच जिहड़ा ओह मालवे के भूमिहीन जिहड़े मजदूर है उन्हां नाल संबंधित कहानियां लिखदा पहले पड़ाव के विच। दूसरे पड़ाव के विच शहरी जिहड़ा मध्य वर्ग है उहदे नाल संबंधित उन्हें कहानियां लिखियां। गल शैली की कर लीए, भाषा की गल हो गई सी कि ठेठ मलवई होंदी है। शैली जिहड़ी है वो ज़्यादातर संकेतात्मक और प्रतीकात्मक शैली की वरतों मोहन भंडारी ने की है। इस तो इलावा व्यंगात्मक शैली भी उसकी ज़्यादातर कहानियों के विच नज़र आती है। कुछ प्रसिद्ध कहानियों की गल कर लैंदे जी। पहला भी असीं दस्सिया सी तुहानूं, मून दी अख, इहदे लई उन्होंने साहित्य अकादमी का पुरस्कार मिलिया जी इस पुस्तक के लिए। इसलिए सब तो यह हैगी है। तिल चौली, घोटना, पाड़ ਅਤੇ सांझ, ठीक है जी। एक कुछ होर कहानियां हैगियां, आप उपर भी जिक्र किया सी। कहानियां नाल संबंधित जिहड़े प्रश्न वो बनते होंगे, तुसीं इन्हां नूं याद रखियो। मोहन भंडारी जनवादी कहानीकार है जी, लोगों की गल करने वाला। तो मैनू टैगोर बना दे मां इस कहानी दे नाल प्रसिद्ध होया सी, उपर गल कीती सी। पंजाब के जिहड़े अणगौले और पछड़े वर्गां के लोग है उन्होंने अपनी कहानियों के विच उन्होंने पेश किया। तो जिहड़े पंजाब के संताप की असीं गल करदे सी मून दी अख दी, उन्हें बिना किसी धिर का लिहाज नहीं किया और जालमां अते अतवादियों वालों ने बिल्कुल उंगल की है अपने इस कहानी संग्रह के विच। इहदे नाल नाल जिहड़ा समाज दे विच फैलिया होया भ्रष्टाचार सी, कुनबा परवरी का मतलब होंगे कि अपने जिहड़े सके संबंधी है, अपने बच्चे है जिन्होंने असीं भाई भतीजावाद कहने हैं, अपने जिहड़े परिवार के लोग है उन्होंने अगे लैके आउण दी जिहड़ी कोशिश है उन्होंने कुनबा परवरी कहा जाता। जिद्दां तो राजनीति दे विच तुसीं देखदे हो जी, एक MLA है अगे उहदा ही बेटा MLA हुंदा जां कोई MP है, उन्होंने बच्चे इस ढंग दे नाल उन्होंने कुनबा परवरी कहा जाता। तो होर भी इस तरह दी जिहड़ियां कुरीतियां उन्हां सारियां दी आलोचना मोहन भंडारी ने की है। व्यंगात्मक शैली जिहड़ी है आपां गल कीती है जी पहला, कि यही जिहड़ी व्यंगात्मक शैली है उन्हां दी कहानियां नूं तिखा और धारदार बना दिंदी है। गल कहानी संग्रह की कर लीए जी, किहड़े उन्हां दे कहानी संग्रह हैगे आ। उस तो पहला रिक्वेस्ट है जी, जे तुसीं चैनल के उपर नवे हो सबसक्राइब कर लो। इस तो इलावा जिहड़ा साडा लाइव क्लास हुंदी है जी 2 बजे, क्वेश्चन सीरीज़ की मॉक टैसट हुंदा साडा, उहदे नूं भी तुसीं ज्वाइन करना ना भुलना। बिल्कुल तुसीं बैल आइकन दबा लो ताकि तुहानूं जिहड़ी नोटिफिकेशन है वो सब तो पहला मिल सके। जरूर तुसीं ज्वाइन करो जी क्लास नूं। तिल चौली उन्हां दा कहानी संग्रह की गल करदे जी। तिल चौली 1965 ਦੇ ਵਿੱਚ ਉਹਨਾਂ ਦਾ कहानी संग्रह आया। काठ दी लत्त 1975, गोरा बादशाह 2004, मून दी अख 1995, पछाण 1987। ਇਹਦੇ ਨਾਲ ਤੁਸੀਂ ਇੱਕ ਤੁਹਾਡੇ ਲਈ ਕੁਐਸਚਨ ਹੈ ਜੀ ਕਿ ਮੂਨ ਦੀ ਅੱਖ ਨੂੰ ਕਿਹੜੇ ਸਾਲ ਦੇ ਵਿੱਚ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਤੁਸੀਂ ਕਮੈਂਟ ਦੇ ਵਿੱਚ ਦੱਸਣਾ ਜੀ। ਮੂਨ ਦੀ ਅੱਖ ਲਈ ਜਿਹੜਾ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਮੋਹਨ ਭੰਡਾਰੀ ਨੂੰ ਕਿਹੜੇ ਸਾਲ ਦੇ ਵਿੱਚ ਮਿਲਿਆ। ਸਾਹਿਤ ਅਕਾਦਮੀ ਅਵਾਰਡ ਦੇ ਉੱਪਰ ਸਾਡੀ ਵੀਡੀਓ ਹੈ ਜੀ ਸਾਡੇ ਚੈਨਲ ਦੇ ਉੱਪਰ, ਤੁਸੀਂ ਦੇਖ ਸਕਦੇ ਹੋ ਸਾਰੇ ਜਿੰਨੇ ਵੀ ਹੁਣ ਤੱਕ ਦੇ ਪੰਜਾਬੀ ਸਾਹਿਤ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲੇ ਹੈ। ਇਸ ਤੋਂ ਇਲਾਵਾ ਗਿਆਨਪੀਠ ਪੁਰਸਕਾਰ ਦੇ ਉੱਪਰ ਸਾਡੀ ਵੀਡੀਓ ਹੈ, ਪਦਮ ਪੁਰਸਕਾਰ ਦੇ ਉੱਪਰ ਵੀ ਸਾਡੀ ਵੀਡੀਓ ਹੈ, ਉਹ ਵੀ ਤੁਸੀਂ ਜ਼ਰੂਰ ਦੇਖਣੀ ਜੀ। और नाल दी नाल वीडियो नूं लाइक जरूर कर दिया करो। बेदी जिसे कहते हैं, ये अजब बंदे, ये उन्होंने रेखा चित्र है जी। बर्फ लताड़े रुख 1994 ਦੇ ਵਿੱਚ आई। कथा वार्ता मनुख दी पैड़ 1967 ਦੇ ਵਿੱਚ। तन पत्तन, ਇਹ ਤੋਂ ਇਲਾਵਾ ਜਿਹੜੀ ਅਸੀਂ ਅੰਗਰੇਜ਼ੀ ਪੁਸਤਕ ਦੀ ਗੱਲ ਕੀਤੀ ਸੀ ਮੋਹਨ ਭੰਡਾਰੀ ਸਿਲੈਕਟਡ ਸਟੋਰੀਜ਼, ਇਹਨੂੰ ਪੰਜਾਬ ਯੂਨੀਵਰਸਿਟੀ ਨੇ ਛਾਪਿਆ। ਤਿਲ ਚੌਲੀ ਇਹ ਹਿੰਦੀ ਦੇ ਵਿੱਚ ਹੈ ਜੀ, ਉਹਨਾਂ ਦੀਆਂ 2 ਪੁਸਤਕਾਂ ਪੀਤਲ ਕੇ ਬਟਨ, ਠੀਕ ਹੈ ਜੀ। ਇਹ ਤੋਂ ਇਲਾਵਾ ਅਨੁਵਾਦ ਹੈ ਉਹਨਾਂ ਦਾ एक अजीब आदमी का सुपना ते होर कहानियां, जमीला, बाबी, मंटो, खुदा की कसम, लाखी, सारे पागल, सुब्रमण्यम भारती। साढ़े सिलेबस नाल संबंध नहीं है फिर भी असीं जान लैंदे हां जी। गाथा गार्गी, रघुवीर ढंड दा समृति ग्रंथ, ये उन्हां दे कुछ संपादन के काम हैगे। मोहन भंडारी बारे तुसीं ज़्यादा जानना चाहुंदे हो जी तां 2 किताबां हैगियां जिन्हों तुसीं पढ़ सकदे हो। मोहन भंडारी शब्द संवेदना डॉक्टर सरबजीत दी, मोहन भंडारी हाज़र है डॉक्टर गुरमीत कौर होरां दी। सन्मान जिहड़े उन्होंने मिले जी ਸਾਹਿਤ अकादमी चंडीगढ़ वालों तिल चौली लई, ये तुसीं याद रखना। हरबंस रामपुरी इनाम ਸਾਹਿਤ सभा दोराहा वालों पछाण कहानी संग्रह लई 1988 ਦੇ ਵਿੱਚ ਮਿਲਿਆ।
ਪਛਾਣ ਲਈ ਕੁਲਵੰਤ ਸਿੰਘ ਵਿਰਕ ਨਾਮ ਵੀ ਮਿਲਿਆ। ਮੂਨ ਦੀ ਅੱਖ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਉਹਨਾਂ ਨੂੰ 1998 ਦੇ ਵਿੱਚ। ਠੀਕ ਹੈ ਜੀ, ਇਹ ਸੀਗੀ ਸਾਡੀ ਅੱਜ ਦੀ ਵੀਡੀਓ। ਮੋਹਨ ਭੰਡਾਰੀ ਹੋਰਾਂ ਬਾਰੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਮਾਸਟਰ 07 ਐਗਜ਼ਾਮ ਵਾਰੀਅਰ ਜ਼ਰੂਰ ਸਬਸਕ੍ਰਾਈਬ ਕਰ ਲਓ। ਇਹੀ ਸਾਡਾ ਫੇਸਬੁੱਕ ਤੇ ਪੇਜ ਹੈ ਜੀ ਮਾਸਟਰ 07 ਐਗਜ਼ਾਮ ਵਾਰੀਅਰ, ਉੱਥੇ ਵੀ ਤੁਸੀਂ ਪੇਜ ਨੂੰ ਜ਼ਰੂਰ ਲਾਈਕ ਕਰਨਾ। ਨੰਬਰ ਹੈ ਜੀ ਸਾਡਾ 8264436201। ਇਹਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਾਡੇ ਨਾਲ। PDF ਜਿਹੜੀਆਂ ਆ ਗਈਆਂ ਲੈਕਚਰ ਸੀਰੀਜ਼ ਜਾਂ ਕੁਐਸਚਨ ਸੀਰੀਜ਼ ਜਾਂ ਤੁਸੀਂ ਇੱਥੇ ਸਾਡੇ ਕੋਲੋਂ ਲੈ ਸਕਦੇ ਹੋ। ਠੀਕ ਹੈ ਜੀ, ਮਿਲਦੇ ਹਾਂ 2 ਵਜੇ ਅੱਜ ਆਪਣੇ ਮੌਕ ਟੈਸਟ ਦੇ ਵਿੱਚ, ਜਿਹੜਾ ਤੁਸੀਂ ਜ਼ਰੂਰ ਉਹਦੇ ਵਿੱਚ ਸ਼ਾਮਲ ਹੋਣਾ ਜੀ। ਠੀਕ ਹੈ ਜੀ, ਧੰਨਵਾਦ ਸਾਰਿਆਂ ਦਾ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।